ਕੇਂਦਰੀ ਖੇਤੀਬਾੜੀ ਕਾਨੂੰਨਾਂ ਦੀ ਗੱਲ ਕਰੀਏ ਤੇ ਉਸ ਨੂੰ ਲੈ ਕੇ ਵੱਡੇ ਪੱਧਰ ਤੇ ਚਾਹੇ ਪੰਜਾਬ ਦੀ ਗੱਲ ਕਰੀਏ, ਚਾਹੇ ਹਰਿਆਣਾ ਦੀ ਗੱਲ ਕਰੀਏ, ਚਾਹੇ ਦੇਸ਼ ਦੇ ਹੋਰ ਸੂਬਿਆਂ ਦੀ ਗੱਲ ਕਰੀਏ, ਵੱਡਾ ਵਿਰੋਧ ਹੁੰਦਾ ਹੋਇਆ ਨਜ਼ਰ ਆ ਰਿਹਾ, ਜਿੱਥੇ ਪੋਲੀਟੀਕਲ ਪਾਰਟੀਆਂ ਜਿਹੜੀਆਂ ਨੇ ਉਹ ਹੁਣ ਕਿਸਾਨਾਂ ਦੇ ਸਮਰਥਨ ਦੇ ਵਿੱਚ ਵੀ ਖੜੀਆਂ ਹੁੰਦੀਆਂ ਨਜ਼ਰ ਆ ਰਹੀਆਂ ਨੇ। ਲੇਕਿਨ ਕਿਸਾਨ ਸਿੱਧੇ ਤੌਰ ਤੇ ਮੋਦੀ ਸਰਕਾਰ ਨੂੰ ਇੱਕ ਹੀ ਮੰਗ ਕਰ ਰਹੇ ਨੇ ਕਿ ਕਿਸਾਨ ਦੇ ਮਨ ਮੁਤਾਬਿਕ ਇਨ ਜਿਹੜੇ ਕਾਨੂੰਨ ਨੇ ਇਹਨਾਂ ਦੇ ਵਿੱਚ ਸੋਧ ਕੀਤੀ ਜਾਏ ਜਾਂ ਫਿਰ ਇਹਨਾਂ ਨੂੰ ਰੱਦ ਕੀਤਾ ਜਾਏ, ਕਿਉਂਕਿ ਇਹ ਕਾਲੇ ਕਾਨੂੰਨ ਨੇ ਔਰ ਸਿੱਧੇ ਤੌਰ ਤੇ ਕਿਸਾਨਾਂ ਦਾ ਡੈਥ ਵਾਰੰਟ ਹੈ। ਇਸ ਨੂੰ ਲੈ ਕੇ ਜੇਕਰ ਪੰਜਾਬ ਦੀ ਗੱਲ ਕਰੀਏ, ਵੱਖ-ਵੱਖ ਥਾਵਾਂ ਤੇ ਪ੍ਰਦਰਸ਼ਨ ਕੀਤੇ ਜਾ ਰਹੇ ਨੇ, ਕਿੱਥੇ ਨੈਸ਼ਨਲ ਹਾਈਵੇ ਰੋਕੇ ਜਾ ਰਹੇ ਨੇ, ਕਿੱਥੇ ਸਟੇਟ ਹਾਈਵੇ ਰੋਕੇ ਜਾ ਰਹੇ ਨੇ ਔਰ ਹੁਣ ਰੇਲਵੇ ਟਰੈਕਾਂ ਦੇ ਉੱਪਰ ਵੀ ਪ੍ਰਦਰਸ਼ਨ ਜਿਹੜੇ ਨੇ ਉਹ ਸ਼ੁਰੂ ਹੋ ਚੁੱਕੇ ਨੇ। ਇਸ ਵਕਤ ਆਪਾਂ ਲਾਲੜੂ ਰੇਲਵੇ ਸਟੇਸ਼ਨ ਤੇ ਮੌਜੂਦ ਹਾਂ, ਜਿੱਥੇ ਰੇਲਵੇ ਟਰੈਕ ਨੂੰ ਰੋਕਿਆ ਗਿਆ ਹੈ। ਅੰਬਾਲਾ ਤੋਂ ਚੰਡੀਗੜ੍ਹ ਔਰ ਚੰਡੀਗੜ੍ਹ ਤੋਂ ਕਾਲਕਾ ਦਾ ਰੇਲਵੇ ਟਰੈਕ ਹੈ। ਇਸ ਧਰਨੇ ਕਰਕੇ ਜਿਹੜਾ ਰੇਲ ਪ੍ਰਸ਼ਾਸਨ ਹੈ ਉਸਨੇ ਸਾਰੀ ਦੀ ਸਾਰੀ ਟ੍ਰੇਨਾਂ ਜਿਹੜੀਆਂ ਨੇ ਉਹ ਸਸਪੈਂਡ ਕਰ ਦਿੱਤੀਆਂ ਨੇ। ਹੁਣ ਇਸ ਰੂਟ ਦੇ ਉੱਪਰ ਟ੍ਰੇਨਾਂ ਚਲਦੀਆਂ ਹੋਈਆਂ ਨਜ਼ਰ ਨਹੀਂ ਆ ਰਹੀਆਂ, ਕਿਉਂਕਿ ਅਣਮਿੱਥੇ ਸਮਾਂ ਲਈ ਆਹ ਧਰਨਾ ਜਿਹੜਾ ਇੱਥੇ ਲਾਇਆ ਗਿਆ, ਅਣਮਿੱਥੇ ਸਮਾਂ ਲਈ ਧਰਨਾ ਹੁੰਦਾ ਹੋਇਆ ਨਜ਼ਰ ਆ ਰਿਹਾ। ਔਰ ਕਿਸਾਨ ਆਹੀ ਮੰਗ ਕਰ ਰਹੇ ਨੇ ਕਿ ਜਦੋਂ ਤੱਕ ਇਹਨਾਂ ਦੀ ਮੰਗਾਂ ਨੂੰ ਪੂਰਾ ਨਹੀਂ ਕੀਤਾ ਜਾਂਦਾ, ਆਪਣਾ ਧਰਨਾ ਜਿਹੜਾ ਇਸੇ ਤਰ੍ਹਾਂ ਨਾਲ ਚਾਲੂ ਰੱਖਣਗੇ। ਕਿਸਾਨਾਂ ਨਾਲ ਗੱਲਬਾਤ ਕਰ ਲੈਂਦੇ ਹਾਂ ਸਭ ਤੋਂ ਪਹਿਲਾਂ, ਕਿਉਂਕਿ ਮੁੱਦਾ ਇਹਨਾਂ ਦਾ ਹੈ। ਕੀ ਮੰਗ ਕਰ ਰਹੇ ਨੇ, ਕਿਸ ਤਰ੍ਹਾਂ ਦੇਖਦੇ ਹੋ ਤੁਸੀਂ? ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬੀ ਦੇ ਵਿੱਚ ਵੀ ਟਵੀਟ ਕਰਦੇ ਨੇ, ਕਹਿੰਦੇ ਨੇ ਕਿ ਆਹ ਜਿਹੜਾ ਕਾਨੂੰਨ ਆਪਾਂ ਲਾਗੂ ਕਰ ਰਹੇ ਹਾਂ ਕਿਸਾਨੀ ਨੂੰ ਲਾਹੇਵੰਦ ਕਰੂਗਾ, ਕਿਸਾਨਾਂ ਨੂੰ ਇਸ ਨਾਲ ਨੁਕਸਾਨ ਨਹੀਂ ਹੋਊਗਾ। ਮੈਂ ਮੋਦੀ ਜੀ ਨੂੰ ਕਹਿਣਾ ਚਾਹੁੰਦਾ ਹਾਂ ਕਿ ਜੇ ਉਹ ਪੰਜਾਬੀ ਨੂੰ ਇੰਨਾ ਪਿਆਰ ਕਰਦੇ ਆ ਔਰ ਪੰਜਾਬ ਨੂੰ ਇੰਨਾ ਪਿਆਰ ਕਰਦੇ ਆ ਤਾਂ ਘੱਟੋ ਘੱਟ ਇੱਕ ਵਾਰੀ ਜ਼ਿਮੀਂਦਾਰਾਂ ਨੂੰ ਪੁੱਛ ਤਾਂ ਲੈਂਦੇ, ਕਿਸਾਨ ਭਰਾਵਾਂ ਨੂੰ ਪੁੱਛ ਤਾਂ ਲੈਂਦੇ ਵੀ ਤੁਹਾਡੇ ਮੌਤ ਦੇ ਡੈਥ ਵਾਰੰਟ ਅਸੀਂ ਸਾਈਨ ਕਰ ਰਹੇ ਹਾਂ। ਫਾਂਸੀ ਦੇਣ ਤੋਂ ਪਹਿਲਾਂ ਜੱਜ ਵੀ ਪੁੱਛ ਲੈਂਦਾ ਅਗਲੇ ਨੂੰ ਵੀ ਤੁਹਾਡੀ ਆਖਰੀ ਇੱਛਾ ਕੀ ਹੈ, ਤਾਂ ਇਹਨੇ ਤਾਂ ਕਿਸੇ ਨੂੰ ਪੁੱਛਿਆ ਹੀ ਨਹੀਂ। ਘੱਟੋ ਘੱਟ ਜਿਸ ਖਿੱਤੇ 'ਚ ਲੋਕ ਜੁੜੇ ਹੋਏ ਹੈ, ਜਿਸ ਖਿੱਤੇ ਦੇ ਲੋਕਾਂ ਜੁੜੇ ਹੋਏ ਲੋਕਾਂ ਦੇ ਉੱਪਰ ਤੁਸੀਂ ਕਾਨੂੰਨ ਬਣਾ ਰਹੇ ਹੋ, ਘੱਟੋ ਘੱਟ ਉਹਨਾਂ ਦੀ ਮਰਜ਼ੀ ਦਾ ਪੁੱਛੋ, ਉਹਨਾਂ ਦੀ ਮਨਸਾ ਦਾ ਪੁੱਛੋ ਕੀ ਦਿੱਕਤਾਂ ਨੇ ਉਹਨਾਂ ਨੂੰ, ਫਿਰ ਉਹਨਾਂ ਨੂੰ ਕਾਨੂੰਨ ਬਣਾਓ, ਉਹਨਾਂ ਦੀ ਸਲਾਹ ਨਾਲ ਕਾਨੂੰਨ ਬਣਾਓ। ਸੋ ਜੇ ਕਾਲੇ ਕਾਨੂੰਨ ਜਿਹੜੇ ਮੋਦੀ ਸਾਹਿਬ ਨੇ ਇਹ ਬਣਾਏ ਹੈ ਹਿੰਦੁਸਤਾਨ ਦੇ ਕਿਸਾਨੀ ਵਾਸਤੇ, ਇਹਦੇ ਨਾਲ ਕੱਲੀ ਕਿਸਾਨੀ ਨਹੀਂ 60-65% ਲੋਕ ਆਬਾਦੀ ਜੁੜੀ ਹੋਈ ਹੈ। ਕਿਸੇ ਨਾ ਕਿਸੇ ਤਰੀਕੇ ਨਾਲ, ਮੈਂ ਜ਼ਿਆਦਾ ਸ਼ਬਦਾਂ 'ਚ ਨਾ ਜਾਵਾਂ, ਕਿਸੇ ਨਾ ਕਿਸੇ ਤਰੀਕੇ ਨਾਲ ਲੋਕ ਇੱਕ ਦੂਜੇ ਨਾਲ ਜੁੜੇ ਹੋਣ। ਸਾਡੇ ਨਾਲ ਆੜਤੀ ਵੀਰ ਵੀ ਬੈਠੇ ਹੈ, ਇਹਨਾਂ ਦਾ ਤੇ ਜ਼ਿਮੀਂਦਾਰਾਂ ਦਾ ਲਿੰਕ ਹੈ। ਇਹ ਸਾਡੇ ATM ਹੈ, ਚਾਹੇ ਅਸੀਂ ਇਹਨਾਂ ਨੂੰ 12 ਵਜੇ ਰਾਤ ਨੂੰ ਠਾਲ ਲਈਏ, ਚਾਹੇ ਤੜਕੇ 5 ਵਜੇ ਠਾਲ ਲਈਏ, ਇਹ ਸਾਡੇ ਖੁੱਲ੍ਹੇ ATM ਹੈ। ਤੇ ਇਹ ਇੱਕ ਰਿਸ਼ਤਾ ਖਰਾਬ ਹੋ ਜਾਊਗਾ, ਟੁੱਟ ਜਾਊਗਾ। ਔਰ ਜਿਸ ਨੂੰ ਐਮਰਜੈਂਸੀ ਕੋਈ ਲੋੜ ਹੈ, ਕਿਸੇ ਦੇ ਅਕਾਊਂਟ 'ਚ ਪੈਸੇ ਨਹੀਂ, ਉਹ ਕਿੱਥੋਂ ਪੈਸੇ ਲਊਗਾ? ਫਿਰ ਕੋਈ ਕਿਸੇ ਫਰਮ ਨੇ ਜਿਹੜੇ 500-200 ਏਕੜ ਦੇ ਫਾਰਮ ਉਹਨਾਂ ਨੇ ਬਣਾਉਣੇ ਆ, ਆਪਣੇ ਸ਼ੈੱਡ ਬਣਾਉਣੇ ਆ, ਉਹਨਾਂ ਦੇ ਗੇਟ ਤੇ ਆਪਣੇ ਉਹ ਖੜਾ ਦੇਣੇ ਆ, ਕਿਸੇ ਨੇ ਵੜਨ ਵੀ ਨਹੀਂ ਦੇਣਾ। ਤਾਂ ਇਹ ਜਿਹੜੇ ਉਹ ਕਹਿੰਦੇ ਕਿ 1947 ਦੇ ਵਿੱਚ ਭਾਰਤ ਦੇਸ਼ ਆਜ਼ਾਦ ਹੋਇਆ ਸੀ, 2020 ਦੇ ਵਿੱਚ ਕਿਸਾਨ ਆਜ਼ਾਦ ਹੋ ਗਿਆ। ਕਿਸਾਨ ਆਪਣੀ ਫਸਲ ਜਿਹੜਾ ਹੁਣ ਕਿੱਥੇ ਵੀ ਵੇਚ ਸਕਦਾ ਹੈ, ਉਸ ਨੂੰ ਆਜ਼ਾਦੀ ਦਿੱਤੀ ਹੈ। ਮੈਂ ਸਮਝਦਾ ਕਿ ਪਹਿਲਾਂ ਕਿਸਾਨ ਆਜ਼ਾਦ ਸੀ, ਆਜ਼ਾਦ ਨੇ ਦੇਸ਼ ਦਾ ਢਿੱਡ ਭਰਿਆ ਖੇਤੀ ਕਰਕੇ। ਜਿੱਥੇ ਲੋਕ ਬਾਹਰ ਆਪਣਾ ਦੇਸ਼ ਬਾਹਰਲੇ ਦੇਸ਼ਾਂ 'ਚ ਦੇਖਦਾ ਸੀ ਨਾ, ਕਣਕ ਮੰਗਾਉਂਦਾ ਸੀ, ਇਹ ਪੰਜਾਬ ਦੇ ਲੋਕਾਂ ਨੇ ਢਿੱਡ ਭਰਿਆ, ਸਾਰੇ ਦੇਸ਼ ਦਾ ਅੰਨ ਭੰਡਾਰ ਕੀਤਾ, ਉਹ ਆਜ਼ਾਦ ਸੀ। ਹੁਣ ਮੋਦੀ ਸਾਹਿਬ ਸਾਨੂੰ ਗੁਲਾਮ ਬਣਾ ਰਹੇ ਆ, ਇਹ ਸਾਡੇ ਕੰਪਨੀਆਂ ਦੇ ਸਾਨੂੰ ਗੁਲਾਮ ਬਣਾ ਰਹੇ ਆ। ਅਸੀਂ ਜ਼ਿਮੀਂਦਾਰਾਂ ਨਹੀਂ ਰਹਿਣਾ, ਅਸੀਂ ਲੇਬਰ ਬਣ ਕੇ ਰਹਿ ਜਾਾਂਗੇ। ਇਹੋ ਜਿਹੇ ਕਾਨੂੰਨ ਮੋਦੀ ਸਾਹਿਬ ਨੇ ਬਣਾਏ ਆ। ਅਸੀਂ ਬੇਨਤੀ ਕਰਦੇ ਹਾਂ, ਪੂਰਜ਼ੋਰ ਬੇਨਤੀ ਕਰਦੇ ਹਾਂ ਕਿ ਜਿੰਨੀ ਛੇਤੀ ਹੋ ਸਕਦਾ ਜ਼ਿਮੀਂਦਾਰਾਂ ਨਾਲ ਗੱਲ ਕਰਕੇ ਇਹਦੇ 'ਚ ਇਹਨਾਂ ਕਾਲੇ ਕਾਨੂੰਨਾਂ ਨੂੰ ਰੱਦ ਕੀਤਾ ਜਾਵੇ। ਔਰ ਇਹ ਮਤ ਸੋਚੋ ਕਿ ਤੁਸੀਂ ਜਿਹੜੀ ਤੁਹਾਡੀ ਅੱਜ ਸੰਖਿਆ ਹੈ ਵੀ 300+ ਹੈ, ਅਸੀਂ ਇਕੱਲੇ BJP ਜੋ ਵੀ ਕਾਨੂੰਨ ਪਾਸ ਕਰ ਦੂਗੀ, ਕਾਨੂੰਨਾਂ ਦੀ ਆੜ 'ਚ ਕਿ ਪਤਾ ਨਹੀਂ ਕਿੰਨੇ ਕਿ ਇਹਨਾਂ ਨੇ ਆਰਡੀਨੈਂਸ ਇਹੋ ਜਿਹੇ ਦੇਸ਼ ਤੇ ਥੋਪ ਦਿੱਤੇ ਹੈ। ਇਹ ਮਤ ਸਮਝੋ, ਇੰਦਰਾ ਗਾਂਧੀ ਕੋਲ ਵੀ ਬਹੁਤ ਪਲੱਸ ਸੀ, 400+ ਸੀ, ਪਰ ਉਹਨਾਂ ਨੂੰ ਜਦੋਂ ਗਏ ਨਾ ਬੈਕ ਗੇਅਰ ਲੱਗਿਆ, 0 ਤੇ ਆ ਗਏ ਸੀ। ਹੁਣ 24 ਦੂਰ ਨਹੀਂ ਹੈ। ਜੇ 19 ਤੋਂ ਤੁਸੀਂ 14 ਤੋਂ 19 ਤੱਕ ਆਏ ਆ ਨਾ, 19 ਤੋਂ 24 ਤੱਕ ਜਾਓਗੇ ਤਾਂ 24 ਵੀ ਦੂਰ ਨਹੀਂ ਹੈ। 24 ਤੋਂ ਬਾਅਦ ਫਿਰ 0 ਤੇ ਹੀ ਆਣਾ। 24 ਤੋਂ ਬਾਅਦ 0 ਤੇ ਆਣਾ, ਜੇ ਨਹੀਂ ਲੋਕਾਂ ਦੀ ਸੁਣੋਗੇ, ਜੇ ਨਹੀਂ ਕਿਸਾਨਾਂ ਦੀ ਸੁਣੋਗੇ। ਕਿਸਾਨਾਂ ਦਾ ਕਹਿਣਾ ਹੈ। ਲੇਕਿਨ ਸਿੱਧੇ ਤੌਰ ਤੇ ਜੇਕਰ ਆਪਾਂ ਗੱਲ ਕਰੀਏ, ਤੁਹਾਡੇ ਜਿਹੜੇ ਧਰਨੇ ਹੋ ਰਹੇ ਨੇ ਉਹ ਸਿੱਧੇ ਤੌਰ ਤੇ ਆਰੋਪ ਲਾ ਰਹੇ ਨੇ BJP ਦੇ ਆਗੂ ਕਿ ਕਾਂਗਰਸ ਜਿਹੜੀ ਹੈ ਉਹ ਵੋਟ ਬੈਂਕ ਦੀ ਰਾਜਨੀਤੀ ਕਰਦੇ ਹੋਏ ਧਰਨੇ ਕਰਾ ਰਹੀ ਹੈ ਕਿਸਾਨਾਂ ਤੋਂ, ਕਿਸਾਨਾਂ ਨੂੰ ਬਰਗਲਾਇਆ ਜਾ ਰਿਹਾ ਹੈ। ਕਿਸਾਨ ਖੁਦ ਜਿਹੜੇ ਨੇ ਧਰਨਾ ਕਰਨ ਲਈ ਤਿਆਰ ਨਹੀਂ ਹੈ। ਇਹ ਵੀ ਜੀ ਸਾਰਾ ਕੁਝ ਝੂਠ ਬੋਲਿਆ ਜਾ ਰਿਹਾ। ਕੋਈ ਸਾਨੂੰ ਰਾਸ਼ਟਰੀ ਪਾਰਟੀ ਐਸੀ ਨਹੀਂ ਉਂਗਲ ਲਾ ਕੇ ਸਾਨੂੰ ਇੱਥੇ ਭੇਜਣ ਵਾਲੀ। ਇੰਨੇ ਅਸੀਂ ਪਾਗਲ ਵੀ ਨਹੀਂ ਹੈਗੇ, ਇੰਨੇ ਛੋਟੇ ਦਿਮਾਗ ਦੇ ਵੀ ਨਹੀਂ ਹੈਗੇ। ਅਸੀਂ ਆਪਣੀ ਮਰਜ਼ੀ ਨਾਲ ਇੱਥੇ ਆਏ। ਜਦੋਂ ਸਾਡੇ ਨਾਲ ਇੰਨੇ ਧੱਕੇ ਹੋ ਰਹੇ ਹੈਗੇ, ਜਿਹੜਾ ਸਾਨੂੰ ਅੱਜ ਨਹੀਂ ਬਹੁਤ ਦਿਨਾਂ ਤੋਂ, ਹੁਣ ਤੁਸੀਂ ਆਹੀ ਇੱਕ ਗੱਲ ਹੁਣ ਕਹਿ ਕੇ ਹਟੇ ਹੈ ਕਿ ਵੀ ਇਹਨਾਂ ਨੇ ਖੁੱਲੀ ਮੰਡੀ ਕਰਤੀ।
ਖੁੱਲੀ ਮੰਡੀ ਦੀ ਤਾਂ ਕੱਲ ਹੀ ਦੇਖ ਲਓ ਕਿ ਹਰਿਆਣੇ ਦੇ ਵਿੱਚ ਜਾਣੀ ਸਾਡੀਆਂ ਜੋ ਟਰਾਲੀਆਂ ਬਿਲਕੁਲ ਬੰਦ ਕਰਤੀਆਂ। ਪਿਛਲੇ ਸਾਲ ਅਸੀਂ ਖੁੱਲਾ ਉੱਥੇ ਜਾ ਕੇ ਵੇਚਦੇ ਸੀ, ਹੁਣ ਇਸ ਵਾਰੀ ਬੰਦ ਕਰਤੀਆਂ ਤਾਂ ਮੰਡੀ ਦਾ ਸਮਾਂ ਇਹਨਾਂ ਨੇ ਬੰਦ ਕਰਤੀ। ਇਹਨਾਂ ਦਾ ਸਾਡਾ ਮੋਦੀ ਸਾਹਿਬ ਨੂੰ ਤਾਂ ਸਾਡਾ ਇੰਨਾ ਧੰਨਵਾਦ ਕਰਨਾ ਚਾਹੀਦਾ ਸੀ ਕਿ ਹੁਣ ਜਿਹੜਾ ਐਡੀ ਵੱਡੀ ਮਹਾਮਾਰੀ ਆਈ ਸੀ ਉਹਨਾਂ ਦਿਨਾਂ ਦੇ ਵਿੱਚ ਸਾਡੇ ਕੋਲ ਨਾ ਮਜ਼ਦੂਰ ਸੀ ਨਾ ਕੋਈ ਹੋਰ ਇਸ ਤਰ੍ਹਾਂ ਦੀ ਸੁਵਿਧਾ ਸੀ, ਤੇ ਅਸੀਂ ਫੇਰ ਵੀ ਜਾ ਕੇ ਯੂਪੀ ਬਿਹਾਰ ਤੋਂ ਆਪਣੇ ਸਾਥੀ ਕਹਾਂਗਾ ਜਿਹੜੇ ਸਾਡੇ ਮਤਲਬ ਮਜ਼ਦੂਰ ਹੈ ਇੱਥੇ, ਜਿਹਨੂੰ ਅਸੀਂ ਇੱਥੇ ਭਈਆ ਕਹਿੰਦੇ, ਉਹ ਸਾਡੇ ਸਾਥੀ ਹੈਗੇ। ਦਿਨ ਰਾਤ ਸਾਡੇ ਨਾਲ ਕੰਮ ਕਰਕੇ ਚਾਹੇ ਆਪਣੀ ਮਜ਼ਦੂਰੀ ਲੈ ਕੇ ਜਾਂਦੇ, ਪਰ ਸਾਡੇ ਨਾਲ ਕੰਮ ਕਰਕੇ ਸਾਡੇ ਕਾਰੋਬਾਰ ਨੂੰ ਦੇ ਵਿੱਚ ਵਾਧਾ ਕਰਦੇ ਹਨ। ਸੋ ਉਹਨਾਂ ਨੂੰ ਅਸੀਂ ਕਿੱਥੋਂ ਲੈ ਕੇ ਆਏ, ਤੇ ਅਸੀਂ ਜਿਹੜੀ ਆਰਥਿਕ ਵਿਵਸਥਾ ਇੱਥੇ ਖੇਤੀਬਾੜੀ ਦੇ ਥਰੂ ਸੀ ਉਸ ਨੂੰ ਅਸੀਂ ਬਿਲਕੁਲ ਡਾਊਨ ਨਹੀਂ ਹੋ ਦਿੱਤਾ, ਤੇ ਬਾਕੀ ਪੂਰੇ ਇੰਡੀਆ ਦੇ ਵਿੱਚ ਜਿਹੜੀ ਆਰਥਿਕ ਵਿਵਸਥਾ ਹੈਗੀ ਉਹ ਜ਼ੀਰੋ ਤੇ ਆ ਗਈ। ਇਹੋ ਜਿਹੇ ਸਮਾਂ ਧੰਨਵਾਦ ਕਰਨ ਦੀ ਜਗ੍ਹਾ ਸਮਾਂ ਉੱਟਾ ਸਾਡੇ ਤਾਂ ਇਹ ਥੋਪੇ ਜਾ ਰਹੇ ਕਿ ਤੁਸੀਂ ਕਿਸੇ ਦੇ ਲੱਗ ਰੱਖ ਕੇ ਪਿੱਛੇ ਸਾਨੂੰ ਇਹ ਕਰਦੇ ਹੈਗੇ। ਸੋ ਇਹੋ ਜਿਹੀ ਗੱਲਾਂ ਤਾਂ ਉਹਨਾਂ ਨੂੰ ਆਪ ਸੋਚਣੀਆਂ ਚਾਹੀਦੀਆਂ ਕਿ ਸਾਡੇ ਪਿੱਛੇ ਕੋਈ ਕਿਸੇ ਦਾ ਹੱਥ ਨਹੀਂ ਹੈਗਾ, ਅਸੀਂ ਆਪਣੀ ਮਰਜ਼ੀ ਨਾਲ ਇੱਥੇ ਆਏ ਹੈਗੇ। ਆ ਸਾਡੇ ਵੀਰ ਬੈਠੇ ਇੱਥੇ ਆੜਤੀ ਜੀ, ਇਹਨਾਂ ਦਾ ਅਸੀਂ ਕਿਹੜੇ ਸ਼ਬਦਾਂ ਨਾਲ ਧੰਨਵਾਦ ਕਰ ਸਕਦੇ ਹਾਂ? ਇਹ ਪਤਾ ਨਹੀਂ ਕਿੰਨੇ ਮੇਰੇ ਖਿਆਲ ਸਦੀਆਂ ਹੀ ਬੀਤ ਗਈਆਂ ਜੋ ਸਾਨੂੰ ਦੁੱਖ ਤਕਲੀਫ ਹੁੰਦੀ ਹੈ, ਕੋਈ ਇਹੋ ਜਿਹੀਆਂ ਐਮਰਜੈਂਸੀਆਂ ਵੀ ਆ ਜਾਂਦੀਆਂ ਕਿ ਸਾਨੂੰ ਬੱਚੇ ਦਾ ਵਿਆਹ ਜਿਹੜਾ ਐਮਰਜੈਂਸੀ ਕਰਨਾ ਪੈ ਜਾਂਦਾ ਹੈਗਾ ਕਿਸੇ ਦੁੱਖ ਤਕਲੀਫ ਕਰਕੇ, ਉਸ ਟਾਈਮ ਸਾਡੇ ਜੇਬਾਂ 'ਚ ਕੋਈ ਪੈਸਾ ਨਹੀਂ ਹੁੰਦਾ, ਤੇ ਅਸੀਂ ਬੇਫਿਕਰ ਹੋ ਕੇ ਅਗਲੇ ਕਹਿ ਦਿੰਦੇ ਕਿ ਵੀ ਹਾਂ ਜੀ ਅਸੀਂ ਵਿਆਹ ਦੇ ਦਾਂਗੇ। ਉਹ ਕਿਹਦੇ ਥਰੂ ਹੁੰਨੇ ਜੀ? ਅਸੀਂ ਇਹਨਾਂ ਦਾ ਬੂਹਾ ਖੜਕਾਨੇ, ਇਹ ਜਾ ਕੇ ਸਾਨੂੰ ਬੜੇ ਪਿਆਰ ਦੇ ਨਾਲ ਸਾਡੇ ਘਰਾਂ ਤੱਕ ਪੈਸੇ ਵੀ ਪਹੁੰਚਾਉਂਦੇ, ਸਾਨੂੰ ਰਾਸ਼ਨ ਪਾਣੀ ਵੀ ਦੇ ਕੇ ਜਾਂਦੇ, ਸਾਡੇ ਵਿਆਹ ਦੇ ਵਿੱਚ ਸ਼ਿਰਕਤਾਂ ਵੀ ਕਰਦੇ ਹੈਗੇ। ਸਾਡਾ ਇਹਨਾਂ ਦੇ ਨਾਲ ਇੰਨਾ ਪਿਆਰ ਹੈ ਕਿ ਗੱਲੇ ਛੱਡੋ, ਇਹਦੇ ਬਾਰੇ ਬਹੁਤ ਕਹਿਣ ਦੀ ਕੋਈ ਲੋੜ ਹੀ ਨਹੀਂ ਹੈ ਕਿ ਇੱਥੇ ਸਾਰੀ ਦੁਨੀਆ ਜਾਣਦੀ ਹੈ ਕਿ ਇਸ ਤਰ੍ਹਾਂ ਦੇ ਸਾਡੇ ਵਿਹਾਰ ਹੈ। ਮਜ਼ਦੂਰਾਂ ਨਾਲ ਸਾਡੇ ਪਿਆਰ ਹੈਗੇ, ਅਸੀਂ ਪਰਿਵਾਰਾਂ ਦੇ ਪਰਿਵਾਰ ਮਤਲਬ ਇੱਕ ਦੂਜੇ ਨਾਲ ਮਿਲ ਕੇ ਰਹਿੰਦੇ। ਇਹਨਾਂ ਨੇ ਹਰ ਇੱਕ ਪਾਸੇ ਸਾਨੂੰ ਪਾੜਨ ਦੀ ਕੋਸ਼ਿਸ਼ ਕੀਤੀ ਹੈਗੀ, ਤੇ ਹੁਣੇ ਜੇ ਅਸੀਂ ਪੰਜਾਬੀ ਹੋਣ ਦੇ ਨਾਤੇ ਹੁਣ ਤੁਸੀਂ ਦੇਖਿਆ ਹੋਣਾ ਕਿ ਜੰਮੂ ਕਸ਼ਮੀਰ ਦੇ ਵਿੱਚ ਸਾਡੀ ਜਿਹੜੀ ਪੰਜਾਬੀ ਭਾਸ਼ਾ ਸੀ ਉਸ ਨੂੰ ਵੀ ਖਤਮ ਕਰਤਿਆ। ਪਤਾ ਨਹੀਂ ਮੋਦੀ ਜੀ ਨੂੰ ਸਾਡੇ ਪੰਜਾਬ ਦੇ ਨਾਲ ਕੀ ਲਾਗ ਡਾਟ ਹੋ ਗਈ ਕਿ ਉਹ ਇਹਨਾਂ ਨੂੰ ਅਸੀਂ ਇੰਨੇ ਬੁਰੇ ਲੱਗਦੇ। ਹਾਲਾਂਕਿ ਜਾ ਕੇ ਦੇਖੋ ਬਾਹਰ ਸੀਮਾ ਦੇ ਉੱਪਰ ਵੀ ਹਰ ਜਗ੍ਹਾ ਤੇ ਸਾਡਾ ਪੰਜਾਬੀ ਤਾਇਨਾਤ ਹੈ, ਔਰ ਜਿੱਥੇ ਸਾਡੇ ਪੰਜਾਬੀ ਅਸੀਂ ਕਿਸੇ ਦੀ ਉਂਗਲੀ ਨਹੀਂ ਉੱਠਣ ਦਿੰਦੇ, ਚਾਹੇ ਕੋਈ ਪਾਕਿਸਤਾਨ ਹੈ ਚਾਹੇ ਚਾਈਨਾ ਹੈਗਾ, ਤੇ ਉਹ ਸਾਡੇ ਤੋਂ ਬੇਫਿਕਰ ਹੋ ਕੇ ਸਾਨੂੰ ਉੱਥੇ ਉਹ ਕਰ ਦੇਣਗੇ। ਬਿਲਕੁਲ ਦੇਖੋ, ਸਿੱਧੇ ਤੌਰ ਤੇ ਆੜਤੀਆਂ ਦੀ ਵੀ ਗੱਲ ਕਰ ਲੈਂਦੇ ਹਾਂ, ਆੜਤੀ ਵੀ ਸਾਡੇ ਨਾਲ ਨੇ, ਗੱਲਬਾਤ ਕਰ ਲੈਂਦੇ ਹਾਂ। ਸਿੱਧੇ ਤੌਰ ਤੇ ਜੇਕਰ ਆਪਾਂ ਗੱਲ ਕਰੀਏ ਜਿਸ ਢੰਗ ਦੇ ਨਾਲ ਤੁਸੀਂ ਵੀ ਧਰਨੇ ਦਾ ਹਿੱਸਾ ਬਣਦੇ ਨਜ਼ਰ ਆ ਰਹੇ ਹੋ, ਤੁਸੀਂ ਵੀ ਧਰਨਾ ਕਰ ਰਹੇ ਹੋ, ਲੇਕਿਨ ਮੋਦੀ ਸਰਕਾਰ ਦੇ ਐਟੀਟਿਊਡ ਨੂੰ ਕਿਸ ਨਜ਼ਰੀਏ ਨਾਲ ਦੇਖਦੇ ਹੋ? ਵਿਰੋਧ ਹੋ ਰਹੇ ਨੇ, ਧਰਨੇ ਹੋ ਰਹੇ ਨੇ, ਲੇਕਿਨ ਉਹ ਕਹਿੰਦੇ ਆਹ ਵਿਰੋਧ ਨਹੀਂ ਹੈ, ਇਹ ਤੇ ਬਲਕਿ ਕਾਂਗਰਸ ਸਮਰਥਿਤ ਪ੍ਰਦਰਸ਼ਨ ਨੇ। ਨਹੀਂ ਸਰ, ਇਹ ਕੋਈ ਕਾਂਗਰਸ ਪ੍ਰਦਰਸ਼ਨ ਨਹੀਂ ਹੈ, ਇਹ ਤਾਂ ਸਿਰਫ ਕਿਸਾਨਾਂ ਦਾ ਪ੍ਰਦਰਸ਼ਨ ਹੈ। ਇਹ ਖਾਲਸ ਕਿਸਾਨ ਹੈ, ਨਾ ਇਹ 'ਚ ਕੋਈ ਪੋਲੀਟੀਕਲ ਨਹੀਂ ਹੈ, ਔਰ ਇਹ ਆਪਣੇ ਦੁੱਖ ਤਕਲੀਫਾਂ ਕਰਕੇ ਉਰੇ ਪ੍ਰਦਰਸ਼ਨ ਕਰ ਰਹੇ ਆ ਕਿਉਂਕਿ ਇਹ ਇੱਕ 9 ਤੇ ਮਾਸ ਦਾ ਰਿਸ਼ਤਾ ਖਤਮ ਕਰਨ ਤੇ ਤੁਲੇ ਹੋਏ ਆ। ਜੇਕਰ ਕੁਝ ਨਹੀਂ ਹੋਏਗਾ ਤਾਂ ਇਹ ਫਾਰਮਰ ਕਿੱਥੇ ਵੇਚਣ ਜਾਊਗਾ? ਦੇਖੋ ਇੱਕ ਫਾਰਮਰ ਆਂਦਾ, ਹੁਣ ਅਸੀਂ ਬੈਠੇ ਆ, ਸਾਡੀ ਮੰਡੀ 'ਚ ਆੜਤੀਆਂ ਅਸੀਂ, ਮੰਨ ਲਓ ਕੋਈ ਫਾਰਮਰ ਸਾਡੇ ਕੋਲ ਫਸਲ ਵੇਚਣ ਆਉਂਦਾ ਹੈ, ਫਸਲ ਉਹਨੇ ਵੇਚੀ ਸਾਡੇ ਕੋਲ, ਜੇ ਅਸੀਂ ਉਹਨੂੰ ਕੋਈ ਫੈਸਿਲਿਟੀ ਜਾਂ ਪੈਸਾ ਨਹੀਂ ਮੋੜਾਂਗੇ ਤਾਂ ਅਸੀਂ ਸਰਕਾਰ ਦੇ ਲਾਇਸੈਂਸੀ, ਸਰਕਾਰ ਸਾਨੂੰ ਫੜ ਸਕਦੀ ਹੈ। ਤੇ ਜੇਕਰ ਇਹ ਕਾਨੂੰਨ ਲਾਗੂ ਹੋ ਜਾਂਦਾ, ਕੋਈ ਯੂਪੀ ਬਿਹਾਰ ਪੰਜਾਬ ਦੂਰੋਂ ਆ ਕੇ ਫਸਲ ਲੈ ਜਾਂਦਾ, ਉਹ ਫਸਲ ਲੈ ਗਿਆ ਪੈਸੇ ਦੇ ਨਹੀਂ ਗਿਆ, ਉਹਨੂੰ ਕਿੱਥੇ ਉਹ ਕਰਨਗੇ? ਹੁਣ ਜੇ ਕੋਈ ਬਿਹਾਰ ਦਾ ਬੰਦਾ ਇੱਥੇ ਫਸਲ ਲੈ ਜਾਵੇ ਕਿੱਥੇ ਫੜੇਗਾ ਫਾਰਮਰ ਉਹਨੂੰ? ਇੱਕ ਪੈਨ ਕਾਰਡ ਦੇ ਬੇਸ ਤੇ ਤਾਂ ਕਿਸੇ ਨੂੰ ਫੜਿਆ ਨਹੀਂ ਜਾ ਸਕਦਾ। ਇਸ ਕਰਕੇ ਇਸ ਕਾਨੂੰਨ ਦਾ ਤਾਂ ਫਾਰਮਰ ਨੂੰ ਲਾਸ ਹੀ ਲਾਸ ਹੈ। ਬਿਲਕੁਲ ਇੱਕ ਵੱਡਾ ਮਸਲਾ ਹੈ ਕਿ ਇਸ ਕਾਨੂੰਨ ਦਾ ਕਿਸਾਨ ਨੂੰ ਲੋਸ ਹੀ ਲੋਸ ਹੈ। ਔਰ ਜਿਸ ਤਰ੍ਹਾਂ ਨਾਲ ਇਹਨਾਂ ਨੇ ਇੱਕ ਹਰਿਆਣੇ ਦਾ ਜ਼ਿਕਰ ਕੀਤਾ, ਹਰਿਆਣੇ ਦਾ ਜਿਹੜਾ ਜ਼ਿਕਰ ਕੀਤਾ, ਜਿਸ ਦੇ ਵਿੱਚ ਹੁਣ ਹਰਿਆਣੇ ਦੇ ਵਿੱਚ ਕਿਸਾਨ ਜਿਹੜੇ ਨੇ ਉਹ ਫਸਲ ਵੇਚ ਨਹੀਂ ਸਕਦੇ ਕਿਉਂਕਿ ਹਰਿਆਣਾ ਸਰਕਾਰ ਨੇ ਇੱਕ ਨਵਾਂ ਨਿਯਮ ਸ਼ੁਰੂ ਕੀਤਾ, ਮੇਰੀ ਫਸਲ ਮੇਰਾ ਬਿਊਰਾ, ਯਾਨੀ ਹਰਿਆਣਾ ਦੇ ਜਿਹੜੇ ਕਿਸਾਨ ਨੇ ਉਹਨਾਂ ਨੂੰ ਖੁਦ ਨੂੰ ਰਜਿਸਟਰਡ ਕਰਨਾ ਪਊਗਾ, ਉਸ ਤੋਂ ਬਾਅਦ ਉਹ ਫਸਲ ਵੇਚ ਸਕਦੇ ਆ। ਬਾਹਰਲਾ ਕਿਸਾਨ ਜਿਹੜਾ ਉਸ ਦੀ ਖਰੀਦ ਫਿਲਹਾਲ ਆਉਣ ਦੀ ਨਜ਼ਰ ਨਹੀਂ ਆ ਰਹੀ। ਕਿਸ ਤਰ੍ਹਾਂ ਦੇਖਦੇ ਹੋ ਸਰਕਾਰ ਦੇ ਇਸ ਫੈਸਲੇ ਨੂੰ ਵੀ? ਕਿਉਂਕਿ ਜਿਹੜੇ ਬਾਰਡਰ ਏਰੀਆ, ਆਪਾਂ ਇਸੀ ਏਰੀਏ ਦੀ ਗੱਲ ਕਰ ਲਈਏ ਤੇ ਅੰਬਾਲਾ ਮੰਡੀ ਹੋ ਗਈ, ਅੰਬਾਲਾ ਸਿਟੀ ਦੀ ਮੰਡੀ ਹੋ ਗਈ, ਆਸ-ਪਾਸ ਦੀ ਮੰਡੀਆਂ ਜਿਹੜੀ ਉੱਥੇ ਕਿਤੇ ਨਾ ਕਿਤੇ ਛੇਤੀ ਫਸਲ ਵਿਕਦੀ ਹੋਈ ਨਜ਼ਰ ਆਉਂਦੀ ਸੀ, ਤੇ ਆ ਵੀ ਇੱਕ ਨਵਾਂ ਨਿਯਮ ਲਾਗੂ ਕਰਤਾ, ਤੇ ਕਿਸਾਨੀ ਨੂੰ ਕਿਸ ਵੱਲ ਨੂੰ ਸਰਕਾਰਾਂ ਤੋੜਨ ਦੀ ਨੀਤੀ ਨਾਲ ਅੱਗੇ ਚੱਲਦੀਆਂ ਹੋਈਆਂ ਨਜ਼ਰ ਆ ਰਹੀਆਂ। ਇਹ ਜਿਹੜੀ ਬਾਰਡਰ ਏਰੀਏ ਦੀ ਇਹ ਸਾਰੀ ਪ੍ਰੋਬਲਮ ਇਹੀ ਆਈ ਹੈ। ਇਹਨਾਂ ਨੇ ਸਾਡੀ ਜਿਹੜੀ ਸਾਰੀ ਫਸਲ ਤਕਰੀਬਨ 80% ਇਹ ਅੰਬਾਲੇ ਵਿਕਦੀ ਸੀ, ਸਾਡੀ ਫਸਲ ਤੇ ਹੀ ਉਹਨਾਂ ਨੇ ਉੱਥੇ ਸੈਲਰ ਲਾਏ ਹੋਏ ਸੀ ਜੀ। ਹੁਣ ਸਾਰਾ ਉਹਨਾਂ ਨੇ ਬੰਦ ਕਰਤਾ। ਇੱਕ ਪਾਸੇ ਤਾਂ ਮੋਦੀ ਜੀ ਕਹਿੰਦੇ ਆ ਵੀ ਜਿੱਥੇ ਮਰਜ਼ੀ ਲੈ ਜਾਓ ਮੰਡੀ ਵੇਚੋ ਆਪਣੀ, ਇੱਕ ਪਾਸੇ ਸਾਡੇ 10-15 ਕਿਲੋਮੀਟਰ ਇੱਥੋਂ ਅੰਬਾਲਾ ਹੈਗਾ ਜੀ, ਉੱਥੇ ਉਹਨਾਂ ਨੇ ਬਾਰਡਰ ਸੀਲ ਕਰਤੇ ਜੀ। ਤੇ ਸਾਨੂੰ ਇਹ ਵਪਾਰੀ ਨੂੰ ਤਾਂ ਕਹਿੰਦੇ ਵੀ ਤੁਹਾਨੂੰ ਕੋਈ ਫੀਸ ਨਹੀਂ, ਤੁਸੀਂ ਮੰਡੀ ਤੋਂ ਬਾਹਰ ਖਰੀਦ ਸਕਦੇ ਹੋ, ਤੇ ਮੰਡੀ ਨੂੰ ਆੜਤੀਏ ਤੇ ਫੀਸ ਲਾਈ ਇਹਨਾਂ ਨੇ, ਤੇ ਉਹ ਆੜਤੀਏ ਨੂੰ ਇਹ ਵਪਾਰੀ ਜਿਹੜਾ ਹੈਗਾ
ਉਹ ਪਹਿਲਾਂ ਖਰੀਦ ਕਰੇਗਾ ਬਾਹਰ, ਜਦੋਂ ਮੰਡੀ ਫੈਲ ਹੋ ਜਾਏਗੀ ਫਿਰ ਇਹਨਾਂ ਨੇ ਆਪਣੇ ਰੇਟ ਤੇ ਖਰੀਦਣੀ ਸ਼ੁਰੂ ਕਰ ਦੇਣੀ ਆ। ਸਾਡੀਆਂ ਜਿਹੜੀਆਂ ਜ਼ਮੀਨਾਂ ਇਹ ਵੱਡੀਆਂ ਕੰਪਨੀਆਂ ਨੂੰ ਇਹਨਾਂ ਨੇ ਖਰੀਦ ਕੇ ਦੇ ਦੇਣੀਆਂ, ਫਾਰਮ ਬਣਾ ਕੇ ਸਾਨੂੰ ਫਿਰ ਮਜ਼ਦੂਰ ਬਣਾ ਦੇਣਾ ਜ਼ਿਮੀਂਦਾਰਾਂ ਤੋਂ ਇਹਨਾਂ ਨੇ। ਤੇ ਹੁਣ ਸਿੱਧੇ ਤੌਰ ਤੇ ਜੇਕਰ ਆਪਾਂ ਗੱਲ ਕਰੀਏ, ਕਦੋਂ ਤੱਕ ਧਰਨਾ ਜਾਰੀ ਰਹੂਗਾ? ਅਣਮਿੱਥੇ ਸਮੇਂ ਤੱਕ। ਅਣਮਿੱਥੇ ਸਮਾਂ ਹਾਂ, ਨੋ ਕੋਈ ਮਤਲਬ ਸਮਾਂ ਨਹੀਂ ਹੈ, ਚੱਲਦਾ ਹੀ ਰਹੇਗਾ। ਅਣਮਿੱਥੇ ਸਮਾਂ ਲਈ ਧਰਨਾ ਜਿਹੜਾ ਉਹ ਜਾਰੀ ਰਹੇਗਾ ਜਦੋਂ ਤੱਕ ਮੰਗਾਂ ਜਿਹੜੀਆਂ ਨੇ ਉਹ ਨਹੀਂ ਪੂਰੀਆਂ ਹੁੰਦੀਆਂ, ਕਿਉਂਕਿ ਸਿੱਧੇ ਤੌਰ ਤੇ ਇੱਕ ਹੀ ਮੰਗ ਹੈ ਕਿ ਆ ਜਿਹੜੇ ਕਾਨੂੰਨ ਨੇ ਇਹਨਾਂ ਨੂੰ ਸਿਰੇ ਤੋਂ ਰੱਦ ਕੀਤਾ ਜਾਏ, ਔਰ ਜਦ ਤੱਕ ਆ ਕਾਨੂੰਨ ਰੱਦ ਨਹੀਂ ਹੁੰਦੇ ਧਰਨੇ ਜਿਹੜੇ ਨੇ ਉਹ ਜਾਰੀ ਰਹਿਣਗੇ, ਰੋਸ਼ ਮੁਜ਼ਾਹਰੇ ਜਾਰੀ ਰਹਿਣਗੇ। ਸਰਕਾਰ ਕਿਸ ਤਰ੍ਹਾਂ ਦੇਖਦੇ ਹੋ? ਲਗਾਤਾਰ ਧਰਨੇ ਵੀ ਹੋ ਰਹੇ ਨੇ, ਰੋਸ਼ ਮੁਜ਼ਾਹਰੇ ਵੀ ਹੋ ਰਹੇ ਨੇ। ਹੁਣ ਤੇ ਕਿਸਾਨਾਂ ਨੇ ਕਿਤੇ ਨਾ ਕਿਤੇ ਡਾਂਗਾ ਖਾਣੀਆਂ ਵੀ ਸ਼ੁਰੂ ਕਰਤੀਆਂ ਪੁਲਿਸ ਤੋਂ। ਇਸ ਤੋਂ ਇਲਾਵਾ ਪਾਣੀ ਦੀ ਬੁਛਾਰਾਂ ਵੀ ਹੋ ਰਹੀਆਂ ਨੇ, ਯਾਨੀ ਕੇਂਦਰ ਸਪਸ਼ਟ ਕਰ ਚੁੱਕਿਆ ਕਿ ਸੁਣਨ ਲਈ ਤਿਆਰ ਨਹੀਂ ਹੈ। ਬਤੌਰ ਪੰਜਾਬ ਰਾਜ ਪੰਚਾਇਤ ਸੂਬਾ ਪ੍ਰਧਾਨ ਕੁਲਜੀਤ ਸਿੰਘ ਰੰਧਾਵਾ ਨਾਮ ਹੈ ਮੇਰਾ। ਅਸੀਂ ਕੱਲ ਪੂਰਨ ਤੌਰ ਤੇ ਪੰਚਾਇਤ ਪਰਿਸ਼ਦ ਵੱਲੋਂ ਕਿਸਾਨ ਜਿਹੜੀਆਂ ਸਾਡੀਆਂ ਜਥੇਬੰਦੀਆਂ ਨੇ, ਪੰਜਾਬ ਰਾਜ ਪੰਚਾਇਤ ਪਰਿਸ਼ਦ ਸਾਰੇ ਪੰਜਾਬ 'ਚ ਉਹਨਾਂ ਨੂੰ ਸਮਰਥਨ ਦੇ ਚੁੱਕੀ ਹੈ। ਸਾਡੇ ਲਗਭਗ 18 ਜ਼ਿਲ੍ਹਿਆਂ ਦੇ ਪ੍ਰਧਾਨ ਅੱਜ ਪੂਰਨ ਤੌਰ ਤੇ ਜਿੱਥੇ ਜ਼ਿਲ੍ਹਿਆਂ ਦੇ ਅੰਦਰ ਪੰਜਾਬ ਦੇ ਕਿਸਾਨਾਂ ਨੇ ਧਰਨੇ ਲਾਏ ਆ, ਰੇਲ ਰੋਕੋ ਅੰਦੋਲਨ ਸ਼ੁਰੂ ਕੀਤਾ, ਉਹ ਹਰ ਇੱਕ ਜ਼ਿਲ੍ਹੇ ਦੇ ਅੰਦਰ ਸਾਡਾ ਪਾਰਟੀ ਜਿਹੜਾ ਪੰਜਾਬ ਰਾਜ ਪੰਚਾਇਤ ਪਰਿਸ਼ਦ ਦਾ ਡਿਸਟ੍ਰਿਕਟ ਪ੍ਰਧਾਨ ਹੈ ਉਹ ਤੇ ਬਲਾਕ ਪ੍ਰਧਾਨ ਸਾਰੇ ਜਾ ਕੇ ਸ਼ਮੂਲੀਅਤ ਕਰ ਰਹੇ ਆ। ਔਰ ਸਾਡੀ ਇਹ ਕਿਸਾਨ ਜਿਹੜੀ ਜਥੇਬੰਦੀਆਂ ਨੇ ਪੂਰਨ ਤੌਰ ਤੇ ਅਸੀਂ ਪਾਰਟੀ ਬਾਈ ਦੇ ਤੌਰ ਤੇ ਨਹੀਂ, ਐਜ਼ ਏ ਕਿਸਾਨ ਪੁੱਤ ਹੋਣ ਦੇ ਨਾਤੇ, ਅਸੀਂ ਪੰਚਾਇਤੀ ਰਾਜ ਪੰਚਾਇਤ ਪਰਿਸ਼ਦ ਦੇ ਮੁਖੀ ਹੋਣ ਦੇ ਨਾਤੇ ਵੀ ਮੈਂ ਤੁਹਾਡੇ ਚੈਨਲ ਦੇ ਥਰੂ ਪੰਜਾਬ ਦੇ ਸਾਰੇ ਪੰਚਾਇਤੀ ਰਾਜ ਦੇ ਪ੍ਰਧਾਨਾਂ ਨੂੰ, ਜ਼ਿਲ੍ਹਾ ਪ੍ਰਧਾਨਾਂ, ਬਲਾਕ ਪ੍ਰਧਾਨ ਔਰ ਇਕਾਈ ਪ੍ਰਧਾਨਾਂ ਨੂੰ ਬੇਨਤੀ ਕਰਦਾ ਕਿ ਅੱਜ ਤੋਂ ਹੀ ਤੁਸੀਂ ਡਟ ਜਾਓ ਆਪਣੇ ਮੋਰਚਿਆਂ ਤੇ, ਔਰ ਕਿਸਾਨ ਜਥੇਬੰਦੀਆਂ ਦਾ ਸਾਰੇ ਪੰਜਾਬ 'ਚ ਤੁਸੀਂ ਸਾਥ ਦਿਓ, ਕਿਉਂਕਿ ਅੱਜ ਪੰਜਾਬ ਦੇ ਅੰਦਰ 76 ਸਾਲਾਂ ਬਾਅਦ 1947 ਵਾਲਾ ਇਤਿਹਾਸ ਦੁਬਾਰਾ ਦੁਹਰਾਇਆ ਜਾ ਰਿਹਾ। ਮੈਨੂੰ ਲੱਗਦਾ ਜਿਹੇ ਹਾਲਾਤ ਇੱਥੇ ਬੀਜੇਪੀ ਦੀ ਗਵਰਨਮੈਂਟ ਮੋਦੀ ਸਰਕਾਰ ਨੇ ਕੀਤੇ ਨੇ, ਇਹ ਦੁਬਾਰਾ ਹਿੰਦੁਸਤਾਨ ਗੁਲਾਮੀ ਵਾਲੇ ਪਾਸੇ ਜਾ ਰਿਹਾ। ਔਰ ਮੈਨੂੰ ਇਸ ਗੱਲ ਦਾ ਖਦਸ਼ਾ ਕਿ ਜਿਸ ਤਰ੍ਹਾਂ ਇੱਥੇ 1947 ਦੇ ਦੌਰਾਨ ਹੱਲੇ ਪਏ ਸੀ, ਦੀ ਦੁਬਾਰਾ ਹੱਲੇ ਪੈਣ ਵਾਲੀ ਸਥਿਤੀ ਦੇ ਅੰਦਰ ਪੰਜਾਬ ਲਿਆ ਕੇ ਔਰ ਸਾਰਾ ਹਿੰਦੁਸਤਾਨ ਨੇ ਸੁੱਟ ਦਿੱਤਾ। ਮੈਂ ਮੋਦੀ ਨੂੰ, ਪ੍ਰਧਾਨ ਮੰਤਰੀ ਸਾਹਿਬ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਇਹ ਪੰਜਾਬੀ ਲੋਕਾਂ ਨੂੰ ਇੰਨੇ ਬੁਜ਼ਦਿਲ ਨਾ ਸਮਝ। ਇੱਥੋਂ ਹੀ ਮਹਾਤਮਾ ਗਾਂਧੀ ਤੇ ਸ਼ਹੀਦ ਭਗਤ ਸਿੰਘ ਕੋਈ ਪੈਦਾ ਹੋਣਾ ਔਰ ਉਹਨਾਂ ਨੇ ਫਿਰ ਉਹੀ ਬੀੜਾ ਚੱਕ ਕੇ ਦੁਬਾਰਾ ਇਸ ਹਿੰਦੁਸਤਾਨ ਨੂੰ ਆਜ਼ਾਦ ਕਰਾਉਣਾ। ਅੱਜ ਸ਼ਰਮ ਕਰੋ ਕਿ ਤੁਸੀਂ ਮੈਂਬਰ ਪਾਰਲੀਮੈਂਟ ਬਣ ਕੇ, ਅੱਜ ਤੁਸੀਂ ਪ੍ਰਧਾਨ ਮੰਤਰੀ ਬਣ ਕੇ ਪੰਜਾਬ ਦੇ ਔਰ ਹਿੰਦੁਸਤਾਨ ਦੇ ਜਿਹੜੇ ਕਿਸਾਨਾਂ ਨਾਲ ਲੁੱਟ ਕਰ ਰਹੇ ਹੋ। ਇਹ ਪੰਜਾਬ ਦਾ ਕਿਸਾਨ ਹੈ, ਇਹ ਮਰ ਮਿਟੇਗਾ। ਇਹ ਦੀਵੇ ਤੇ ਭੌਰੇ ਵਾਲਾ ਕੰਮ ਹੈ, ਜਦ ਤੱਕ ਦੀਵਾ ਜਾਪਦਾ ਉਦ ਤੱਕ ਭੌਰਾ ਉਹਦੇ ਚ ਫੇਰੇ ਰਹੇਗਾ। ਕਿਸਾਨ ਉਹ ਜਮਾਤ ਹੈ। ਬਿਲਕੁਲ, ਦੇਖੋ ਕਿਸਾਨ ਉਹ ਜਮਾਤ ਹੈ, ਲੇਕਿਨ ਅੱਜ ਆ ਜਿਹੜੀ ਲੜਾਈ ਹੈ ਆ ਸਿੱਧੇ ਤੌਰ ਤੇ ਕਿਸਾਨ ਜਥੇਬੰਦੀਆਂ ਦੀ ਗੱਲ ਕਰੀਏ, ਹੋਰ ਜਿਹੜੀ ਜਥੇਬੰਦੀਆਂ ਉਹਨਾਂ ਦੀ ਗੱਲ ਕਰੀਏ, ਉਹ ਕਹਿੰਦੇ ਲੰਬੀ ਚੱਲਦੀ ਹੋਈ ਨਜ਼ਰ ਆਏਗੀ, ਕਿਉਂਕਿ ਇੱਕ ਦਿਨ ਦਾ ਰੋਸ਼ ਮੁਜ਼ਾਹਰਾ ਨਹੀਂ ਹੈ। ਜੇਕਰ ਕੇਂਦਰ ਨੂੰ ਚੇਤਾਉਣਾ ਹੈ, ਕੇਂਦਰ ਨੂੰ ਕਿਤੇ ਨਾ ਕਿਤੇ ਇਨ ਕਾਨੂੰਨਾਂ ਨੂੰ ਲੈ ਕੇ ਹੋਰ ਜ਼ਿਆਦਾ ਸੰਜੀਦਾ ਕਰਨਾ ਹੈ, ਤੇ ਫਿਰ ਰੋਸ਼ ਮੁਜ਼ਾਹਰੇ ਹੋਣਗੇ, ਉਹ ਵੀ ਇਕੱਠੇ ਹੋ ਕੇ। ਲੱਗਦਾ ਹੈ ਕਿ ਸਾਰੀ ਜਥੇਬੰਦੀਆਂ ਜਿਹੜੀਆਂ ਨੇ ਉਹ ਇਕੱਠੀ ਹੋ ਚੁੱਕੀਆਂ ਨੇ। ਬਿਲਕੁਲ, ਕਿਸਾਨ ਜਥੇਬੰਦੀਆਂ ਸਾਰੇ ਇਕੱਠੇ ਆ ਜੀ, ਸਾਰੇ ਮਜ਼ਦੂਰ, ਸਾਰੇ ਕਿਸਾਨ, ਦੁਕਾਨਦਾਰ ਸਾਰੇ ਇਕੱਠੇ ਆ ਇਸ ਮਸਲੇ 'ਚ। ਸਾਰੇ ਬੈਠੇ, ਸਾਰੇ ਆਪਣਾ ਇੱਥੇ ਸਹਿਯੋਗ ਦੇ ਰਹੇ ਆ ਕਿਸਾਨ ਜੀ ਨੂੰ, ਸਾਰੇ ਇਕੱਠੇ ਹੋ ਚੁੱਕੇ, ਸਾਰੇ ਸਹਿਯੋਗ ਦੇ ਰਹੇ ਆ, ਸਾਰੇ ਇਕੱਠੇ ਹੋ ਚੁੱਕੇ ਨੇ। ਲੇਕਿਨ ਪੋਲੀਟੀਕਲ ਪਾਰਟੀਆਂ ਦੀ ਜੇਕਰ ਗੱਲ ਕਰ ਲਈਏ, ਪੰਜਾਬ ਦੀਆਂ ਜਿਹੜੀਆਂ ਪੋਲੀਟੀਕਲ ਪਾਰਟੀਆਂ ਨੇ, ਉਹਨਾਂ ਦੇ ਰਵੱਈਏ ਨੂੰ, ਉਹਨਾਂ ਦੇ ਰੁਖ ਨੂੰ ਕਿਸ ਨਜ਼ਰੀਏ ਨਾਲ ਦੇਖਦੇ ਹੋ? ਪਾਰਟੀ ਅਲੱਗ ਚੀਜ਼ ਹੁੰਦੀ, ਜੋ ਕਿਸਾਨੀ ਹੈ ਉਹ ਅਲੱਗ ਚੀਜ਼ ਹੁੰਦੀ। ਪਾਰਟੀਆਂ ਦੇ ਨੁਮਾਇੰਦੇ ਵੀ ਜਿਹੜੇ ਹੈ ਉਹ ਵੀ ਕਿਸਾਨ ਨੇ, ਜਿਹੜੇ ਉੱਪਰ ਕਾਨੂੰਨ ਪਾਸ ਕਰ ਰਹੇ ਉਹ ਵੀ ਕਿਸਾਨ ਨੇ। ਉਹ ਵੱਡੇ ਕਿਸਾਨ ਨੇ, ਛੋਟੇ ਕਿਸਾਨ ਨੇ। ਵੱਡਾ ਕਿਸਾਨ 'ਚ ਛੋਟੇ 'ਚ ਇੰਨਾ ਫਰਕ ਹੁੰਦਾ, ਜਿਹੜਾ ਛੋਟਾ ਕਿਸਾਨ ਉਹ ਆਪ ਆਪਣੇ ਹੱਥਾਂ ਨਾਲ ਕੰਮ ਕਰਦਾ। ਜਿਹੜਾ ਵੱਡਾ ਕਿਸਾਨ ਹੁੰਦਾ ਉਹ ਏਸੀ ਗੱਡੀਆਂ 'ਚ, ਏਸੀ ਕਮਰਿਆਂ 'ਚ, ਏਸੀ ਦਫ਼ਤਰਾਂ 'ਚ ਘੁੰਮਦਾ। ਇਹ ਛੋਟਾ ਕਿਸਾਨ ਹੈ, ਇਹ ਆਪਣੇ ਹੱਥ ਨਾਲ ਆਪ ਕੰਮ ਕਰਦਾ। ਇਸ ਨੂੰ ਤਕਲੀਫ ਆਉਂਦੀ। ਉਹਨਾਂ ਨੂੰ ਕਾਨੂੰਨਾਂ ਦਾ ਕੋਈ ਫਰਕ ਨਹੀਂ ਪੈਂਦਾ। ਜਿਹੜੇ ਵੱਡੇ ਜ਼ਿਮੀਂਦਾਰ ਕਿਸਾਨ ਨੇ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ। ਛੋਟੇ ਨੂੰ ਕੀ ਫਰਕ ਪਊਗਾ? ਫਰਕ ਪੈਂਦਾ, ਛੋਟਾ ਆਪਣੇ ਹੱਥ ਦੇ ਨਾਲ ਮਿਹਨਤ ਕਰਦਾ, ਆਪਣੇ ਹੱਥ ਦੇ ਨਾਲ ਕਰਦਾ। ਜਦੀ ਇਹ ਛੋਟਾ ਕਿਸਾਨ ਜਦੀ ਲਾਈਨਾਂ ਸੜਕਾਂ 'ਤੇ ਬੈਠਿਆ, ਇਹ ਕਾਨੂੰਨ ਪਾਸ ਕਰ ਦਿੰਦੇ, ਦੇਖਦੇ ਤਾਂ ਹੈ ਨਹੀਂ, ਕੋਈ ਮਰੇ, ਕੋਈ ਬਚੇ, ਕੋਈ ਕਤਲ ਹੋਵੇ। ਛੋਟੀ ਦੇਖੋ ਸਿੱਧੇ ਤੌਰ ਤੇ ਇੱਕ ਵੱਡੀ ਗੱਲ ਕੀਤੀ ਹੈ ਕਿ ਵੱਡੇ ਕਿਸਾਨਾਂ ਨੂੰ ਫਰਕ ਨਹੀਂ ਪੈਂਦਾ, ਲੇਕਿਨ ਹਾਂ ਛੋਟੇ ਨੂੰ ਜ਼ਰੂਰ ਪੈਂਦਾ, ਜਿਹੜਾ ਖੇਤੀ ਖੁਦ ਕਰਦਾ ਹੱਥ ਦੇ ਨਾਲ, ਜਿਸ ਕੋਲ ਇੰਨੀ ਮਸ਼ੀਨਰੀ ਵੀ ਨਹੀਂ ਹੈ। ਕਿਸ ਤਰ੍ਹਾਂ ਦੇਖਦੇ ਹੋ ਤੁਸੀਂ? ਲਗਾਤਾਰ ਰੋਸ਼ ਮੁਜ਼ਾਹਰੇ ਵੱਧ ਰਹੇ ਨੇ ਔਰ ਪੋਲੀਟੀਕਲ ਪਾਰਟੀਆਂ ਦਾ ਜਿਹੜਾ ਰੁਖ ਹੈ। ਦੇਖੋ ਜੀ, ਪੋਲੀਟੀਕਲ ਪਾਰਟੀਆਂ ਦਾ ਉਹਦੇ ਕੋਈ ਲੈਣਾ ਦੇਣਾ ਨਹੀਂ ਮੁਜ਼ਾਹਰੇ 'ਚ। ਇਹ ਸਿੱਧਾ ਕਿਸਾਨਾਂ ਦਾ ਮੁਜ਼ਾਹਰਾ ਹੈ। ਕਿਸਾਨ ਆਪਣੇ ਮੰਗਾਂ ਵਾਸਤੇ ਬੈਠੇ ਹੈ, ਕਿਸਾਨਾਂ ਨੂੰ ਮਾਰਿਆ ਜਾ ਰਿਹਾ। ਜਿਵੇਂ ਹੁਣ ਪਹਿਲਾਂ ਸਾਡੇ ਤੋਂ ਪਹਿਲਾਂ ਦੂਜੇ ਬੰਦਿਆਂ ਨੇ ਗੱਲ ਕੀਤੀ ਹੈ ਵੀ ਬੜੇ ਕਿਸਾਨ ਨੂੰ ਕੋਈ ਫਰਕ ਨਹੀਂ ਪੈਂਦਾ। ਬੜੀ ਮੱਛੀ
ਕਹਾਵਤ ਹੈ, ਇਹ ਜਿਹੜੇ ਵੱਡੇ ਵੱਡੇ ਆ ਰਹੇ ਆ ਕਾਰਪੋਰੇਟ ਘਰਾਣੇ ਆ ਰਹੇ ਆ, ਇਹਨਾਂ ਨੇ ਛੋਟਿਆਂ ਨੂੰ ਖਾ ਜਾਣਾ ਆ, ਸਾਨੂੰ ਸਾਰਿਆਂ ਨੂੰ ਖਾ ਜਾਣਾ। ਇਸ ਕਰਕੇ ਅਸੀਂ ਇਹ ਮੰਗ ਕਰਦੇ ਹਾਂ ਬਈ ਮੋਦੀ ਸਾਨੂੰ ਗਰੰਟੀ ਦੇਵੇ, ਸਾਡੀ ਜ਼ਮੀਨ ਨਾ ਖਰੀਦੀ ਜਾਵੇ। ਵੈਸੇ ਮੈਂ ਪੰਜਾਬ ਗਵਰਨਮੈਂਟ ਨੂੰ ਵੀ ਤੁਹਾਡੇ ਥਰੂ, ਤੁਹਾਡੀ ਕਿਹੜੀ ਟੀਵੀ ਮੈਨੂੰ ਪਤਾ ਨਹੀਂ ਕਿਹੜੀ ਹੈ, ਤੇ ਤੁਹਾਡੇ ਥਰੂ ਐਨਵੀ ਦੇ ਥਰੂ ਮੈਂ ਕੈਪਟਨ ਅਮਰਿੰਦਰ ਸਿੰਘ ਜੀ ਨੂੰ ਵੀ ਬੇਨਤੀ ਕਰੂੰਗਾ ਕਿ ਜਿਵੇਂ ਹਿਮਾਚਲ 'ਚ, ਉੱਤਰਾਖੰਡ ਜਾਂ ਹੋਰ ਰਾਜਸਥਾਨ ਸਟੇਟਾਂ ਨੇ ਇਹਨਾਂ ਨੇ ਬੈਨ ਕੀਤਾ ਹੋਇਆ ਵੀ ਬਾਹਰਲੇ ਸਟੇਟ ਦਾ ਬੰਦਾ ਜ਼ਮੀਨ ਨਹੀਂ ਖਰੀਦ ਸਕਦਾ, ਉਰੇ ਵੀ ਜ਼ਮੀਨ ਨਾ ਖਰੀਦ ਸਕੇ ਬਾਹਰਲੇ ਸਟੇਟ ਦਾ ਬੰਦਾ, ਤੇ ਜ਼ਿਮੀਂਦਾਰ ਜ਼ਮੀਨ ਖਰੀਦ ਸਕੇ, ਤਾਂ ਕਿ ਇਹਨਾਂ ਨੂੰ ਰੋਕਿਆ ਜਾ ਸਕੇ। ਇਹ ਬੜੇ ਘਰਾਣੇ ਉਰੇ ਆ ਕੇ ਜ਼ਮੀਨਾਂ ਖਰੀਦ ਨਾ ਸਕਣ ਤੇ ਸਾਡਾ ਉਹਦੇ ਸੇਫ ਹੋ ਜਾਾਂਗੇ ਅਸੀਂ, ਸਾਡਾ ਬਚਾਅ ਹੋ ਜਾਊਗਾ, ਸਾਡੀ ਜ਼ਮੀਨਾਂ ਵਿਕਣਗੀਆਂ, ਅਸੀਂ ਆਪਣੀ ਵਾਹੀ ਜਾਵਾਂਗੇ ਤੇ ਕਰੀ ਜਾਵਾਂਗੇ। ਇਹ ਸਾਡੀ ਬੇਨਤੀ ਹੈ। ਬਾਕੀ ਕਾਲੇ ਕਾਨੂੰਨ ਹੈ, ਕਾਲੇ ਕਾਨੂੰਨ ਜ਼ਬਰਦਸਤੀ ਕਰ ਰਹੇ ਆ, ਡਿਕਟੇਟਰਸ਼ਿਪ ਹੈ। ਜਿਵੇਂ ਰਾਜਿਆ ਸਭਾ 'ਚ ਉਹਨਾਂ ਦਾ ਬਹੁਮਤ ਨਹੀਂ ਸੀਗਾ, ਜ਼ਬਰਦਸਤੀ ਉਹਨਾਂ ਨੇ ਕਾਨੂੰਨ ਪਾਸ ਕਰਤੇ ਹੈ, ਜ਼ਬਰਦਸਤੀ ਚਲੋ ਕਾਨੂੰਨ ਪਾਸ ਕੀਤੇ ਨੇ, ਔਰ ਸਿੱਧੇ ਤੌਰ ਤੇ ਕਹਿ ਰਹੇ ਨੇ ਕਿ ਇਸ ਨੂੰ ਲੈ ਕੇ ਹੁਣ ਰੋਸ਼ ਮੁਜ਼ਾਹਰੇ ਜਿਹੜੇ ਨੇ ਉਹ ਲਗਾਤਾਰ ਜਾਰੀ ਰਹਿਣਗੇ। ਇਸ ਪੂਰੇ ਰੇਲਵੇ ਟਰੈਕ ਦੀ ਗੱਲ ਕਰੀਏ, ਤੁਸੀਂ ਦੇਖ ਸਕਦੇ ਹੋ ਦਿਨ ਰਾਤ ਆ ਧਰਨਾ ਪ੍ਰਦਰਸ਼ਨ ਜਿਹੜਾ ਇੱਥੇ ਜਾਰੀ ਹੈ। ਰੇਲ ਰੋਕੋ ਅੰਦੋਲਨ ਜਿਹੜਾ 1 ਤਰੀਕ ਨੂੰ ਜਿਹੜਾ ਪੰਜਾਬ ਦੇ ਵਿੱਚ ਸ਼ੁਰੂ ਹੋਇਆ ਸੀ ਅਣਮਿੱਥੇ ਸਮਾਂ ਲਈ, ਆਹ ਰੇਲ ਰੋਕੋ ਅੰਦੋਲਨ ਜਿਹੜਾ ਇੱਥੇ ਲਗਾਤਾਰ ਜਾਰੀ ਹੈ, ਔਰ ਆਉਣ ਵਾਲੇ ਸਮਾਂ ਦੇ ਵਿੱਚ ਵੀ ਆਹ ਰੇਲ ਰੋਕੋ ਅੰਦੋਲਨ ਜਿਹੜੇ ਨੇ ਇਸੇ ਤਰ੍ਹਾਂ ਨਾਲ ਪੰਜਾਬ ਦੀ ਵੱਖ-ਵੱਖ ਥਾਵਾਂ ਤੇ ਵੇਖਣ ਨੂੰ ਮਿਲ ਸਕਦੇ ਨੇ। ਫਿਲਹਾਲ ਲਾਲੜੂ ਰੇਲਵੇ ਸਟੇਸ਼ਨ ਤੇ ਆਪਾਂ ਮੌਜੂਦ ਹਾਂ, ਜਿੱਥੇ ਤੁਹਾਨੂੰ ਲਾਈਵ ਤਸਵੀਰਾਂ ਮੈਂ ਦਿਖਾ ਰਿਹਾ ਕਿਸ ਢੰਗ ਦੇ ਨਾਲ ਰੇਲ ਰੋਕੋ ਅੰਦੋਲਨ ਜਿਹੜਾ ਉਹ ਇੱਥੇ ਕੀਤਾ ਜਾ ਰਿਹਾ, ਔਰ ਸਿੱਧੇ ਤੌਰ ਤੇ ਡਿਮਾਂਡ ਕੀਤੀ ਜਾ ਰਹੀ ਹੈ ਕਿ ਆ ਜਿਹੜੇ ਕਾਨੂੰਨ ਨੇ ਇਹਨਾਂ ਨੂੰ ਸਿਰੇ ਤੋਂ ਰੱਦ ਕੀਤਾ ਜਾਏ। ਲੱਗਦਾ ਹੈ ਇਸ ਤਰ੍ਹਾਂ ਦੇ ਅੰਦੋਲਨਾਂ ਦਾ ਪ੍ਰਭਾਵ ਪਊਗਾ ਕੇਂਦਰ ਤੇ? पड़ेगा जी, प्रभाव जरूर पड़ेगा। जो जिमींदार का एक होगा जरूर असर पड़ेगा जी। मोदी सरकार पर असी अगले जो चोणा होगी उसमें हरा के दिखावे, जीरो करके दिखावे, जिस तरह जिमींदार जीरो कर रहे हो। ਬਿਲਕੁਲ ਦੇਖੋ, ਸਿੱਧੇ ਤੌਰ ਤੇ ਇਹ ਕਹਿ ਰਹੇ ਨੇ ਕਿ ਚੋਣਾਂ ਤੇ ਵੀ ਇਸ ਦਾ ਅਸਰ ਵੇਖਣ ਨੂੰ ਮਿਲੇਗਾ ਜੇਕਰ ਕੇਂਦਰ ਦੀ ਮੋਦੀ ਸਰਕਾਰ ਜਿਹੜੀ ਹੈ ਉਹ ਸੁਣਨ ਲਈ ਤਿਆਰ ਨਹੀਂ ਹੁੰਦੀ। ਲੇਕਿਨ ਇਸ ਵਕਤ ਜਿਸ ਤਰ੍ਹਾਂ ਦੇ ਆਰੋਸ਼ ਮੁਜ਼ਾਹਰੇ ਹੁੰਦੇ ਹੋਏ ਨਜ਼ਰ ਆ ਰਹੇ ਨੇ, ਜੇਕਰ ਪੰਜਾਬ ਦੀ ਗੱਲ ਕਰੀਏ ਵੱਖ-ਵੱਖ ਥਾਵਾਂ ਤੇ ਪ੍ਰੋਟੈਸਟ ਮਾਰਚ ਹੋ ਰਹੇ ਨੇ, ਔਰ ਰਾਹੁਲ ਗਾਂਧੀ ਜਿਹੜੇ ਨੇ ਕਾਂਗਰਸ ਦੇ ਜਿਹੜੇ ਸਾਬਕਾ ਜਿਹੜੇ ਰਾਸ਼ਟਰੀ ਅਧਿਕਸ਼ ਉਹ ਵੀ ਹੁਣ ਪੰਜਾਬ ਦੇ ਵਿੱਚ ਆ ਰਹੇ ਨੇ। ਰਾਹੁਲ ਗਾਂਧੀ ਵੀ ਆ ਰਹੇ ਨੇ ਹੁਣ ਕਿਸਾਨਾਂ ਨਾਲ ਹੁੰਕਾਰ ਭਰਨ ਲਈ। 4 ਤਰੀਕ ਨੂੰ ਕਿਹਾ ਜਾ ਰਿਹਾ ਰਾਹੁਲ ਗਾਂਧੀ ਆਣਗੇ, 5, 6, 3 ਦਿਨ ਇੱਥੇ ਰਹਿਣਗੇ ਔਰ ਰੋਸ਼ ਮੁਜ਼ਾਹਰੇ ਕਰਦੇ ਹੋਏ ਨਜ਼ਰ ਆਣਗੇ। ਚੱਲ ਕਬ ਬੋਲਟਵਾਨ ਸਾਹਿਬ, ਇਹ ਤਾਂ ਸਾਰੀ ਪਾਰਟੀਆਂ ਆਪਣੀਆਂ ਆਪਣੀਆਂ ਰੋਟੀਆਂ ਸੇਕਣਗੀਆਂ, ਪਰ ਕਿਸਾਨ ਇਹਨਾਂ ਦੇ ਪਿੱਛੇ ਨਹੀਂ ਲੱਗਦਾ, ਨਾ ਕਿ ਕਾਂਗਰਸ ਦੇ ਨਾ ਅਕਾਲੀ ਦਲ ਦੇ। ਕਿਸਾਨ ਇਹਨਾਂ ਦੇ ਨਾਲ ਨਹੀਂ ਹੈ। ਕਿਸਾਨ ਆਪਣੇ ਅਲੱਗ ਤੇ ਸੰਘਰਸ਼ ਕਰ ਰਿਹਾ ਔਰ ਕਰਦਾ ਰਹੇਗਾ ਜਿੰਨੀ ਦੇਰ ਤੱਕ ਇਹ ਆਰਡੀਨੈਂਸ ਵਾਪਸ ਨਹੀਂ ਹੁੰਦੇ। ਅਸੀਂ ਕਹਿੰਦੇ ਵੀ ਸਾਡੀ ਕਿਸਾਨਾਂ ਦੀ ਜੋ ਵੀ ਚਾਹੇ ਮਦਦ ਕਰ ਸਕਦਾ, ਕਿਸੇ ਦਾ ਕੋਈ ਪੋਲੀਟੀਕਲ ਪਾਰਟੀ ਹੋਵੇ, ਜੇ ਕਿਸਾਨਾਂ ਦੇ ਪਿੱਛੇ ਲੱਗ ਕੇ ਮਦਦ ਕਰਨਾ ਚਾਹੁੰਦੀ ਆ ਤਾਂ ਜੀ ਆਇਆ, ਕਿਉਂਕਿ ਜੋ ਸਾਡੇ ਹੱਕ ਦੇ ਵਿੱਚ ਖੜੀ ਆ ਅਸੀਂ ਉਹਨੂੰ ਆਪਣਾ ਵਿਰੋਧੀ ਨਹੀਂ ਸਮਝ ਸਕਦੇ, ਕਿਉਂਕਿ ਸਾਡੇ ਪਿੱਛੇ ਹੀ ਲੜ ਰਹੇ ਆ। ਜਿਹੜੀ ਮਰਜ਼ੀ ਪਾਰਟੀ ਸਾਡੀ ਮਦਦ ਵੈਲਕਮ ਕਹਿੰਦੇ ਆ, ਕਿਉਂਕਿ ਸਾਡੀ ਮਦਦ ਦੇ ਵਿੱਚ ਹੈ। ਕਿਉਂਕਿ ਸਾਨੂੰ ਆਪਣੇ ਆਰਡੀਨੈਂਸ ਵਾਪਸ ਕਰਾਉਣ ਵਾਸਤੇ ਬਹੁਤ ਵੱਡਾ ਸੰਘਰਸ਼ ਕਰਨਾ ਪੈਣਾ, ਉਹਦੇ ਵਿੱਚ ਸਾਨੂੰ ਮਦਦ ਦੀ, ਹਰ ਇੱਕ ਦੀ ਮਦਦ ਦੀ ਲੋੜ ਹੈ। ਜਿਹੜੀ ਮਰਜ਼ੀ ਆਵੇ ਉਹ ਸਾਡੀ ਮਦਦ ਕਰੇ, ਸਾਨੂੰ ਇਹਦੇ ਵਿੱਚ ਕੋਈ ਇਤਰਾਜ਼ ਨਹੀਂ। ਬਿਲਕੁਲ ਕੋਈ ਇਤਰਾਜ਼ ਨਹੀਂ ਹੈ। ਕੋਈ ਵੀ ਪੋਲੀਟੀਕਲ ਪਾਰਟੀ ਜਿਹੜੀ ਹੈ ਇਹਨਾਂ ਦੇ ਨਾਲ ਸਿੱਧੇ ਤੌਰ ਤੇ ਹਾਮੀ ਭਰ ਸਕਦੀ ਹੈ, ਔਰ ਆ ਆਰਡੀਨੈਂਸਾਂ ਨੂੰ ਲੈ ਕੇ, ਕਾਨੂੰਨਾਂ ਨੂੰ ਲੈ ਕੇ ਜਿਹੜੀ ਆ ਅੰਦੋਲਨ ਹੋ ਰਹੇ ਨੇ ਲਗਾਤਾਰ, ਤੁਹਾਨੂੰ ਮੈਂ ਲਾਈਵ ਤਸਵੀਰਾਂ ਜਿਹੜੀਆਂ ਦਿਖਾ ਰਿਹਾ। ਤੁਸੀਂ ਆਪ ਵੇਖ ਸਕਦੇ ਹੋ ਕਿਸ ਢੰਗ ਦੇ ਨਾਲ ਇਸ ਰੇਲਵੇ ਟਰੈਕ ਨੂੰ ਪੂਰੀ ਤਰ੍ਹਾਂ ਨਾਲ ਬਲੌਕ ਕੀਤਾ ਗਿਆ ਔਰ ਰੇਲ ਰੋਕੋ ਅੰਦੋਲਨ ਜਿਹੜਾ ਉਹ ਇੱਥੇ ਹੁੰਦਾ ਹੋਇਆ ਨਜ਼ਰ ਆ ਰਿਹਾ। ਕੇਂਦਰ ਦੀ ਮੋਦੀ ਸਰਕਾਰ ਦੇ ਖਿਲਾਫ ਜੰਮ ਕੇ ਨਾਅਰੇਬਾਜ਼ੀ ਵੀ ਹੁੰਦੀ ਨਜ਼ਰ ਆ ਰਹੀ ਹੈ, ਔਰ ਸਿੱਧੇ ਤੌਰ ਤੇ ਜੇਕਰ ਆਪਾਂ ਗੱਲ ਕਰੀਏ ਜਿਸ ਢੰਗ ਦੇ ਨਾਲ ਲਗਾਤਾਰ ਕਿਸਾਨ ਜਿਹੜੇ ਨੇ ਉਹ ਹੁਣ ਲਾਮਬੰਦ ਹੁੰਦੇ ਨਜ਼ਰ ਆ ਰਹੇ ਨੇ। ਕਿਸਾਨ ਜਥੇਬੰਦੀਆਂ ਜਿਹੜੀਆਂ ਨੇ ਉਹ ਲਾਮਬੰਦ ਹੁੰਦੀਆਂ ਨਜ਼ਰ ਆ ਰਹੀਆਂ ਨੇ। ਇੱਥੋਂ ਦੀਆਂ ਲਾਈਵ ਤਸਵੀਰਾਂ ਨੇ ਜਿੱਥੇ ਤੁਸੀਂ ਦੇਖ ਰਹੇ ਹੋ ਕਿਸ ਢੰਗ ਦੇ ਨਾਲ ਇੱਥੇ ਧਰਨਾ ਪ੍ਰਦਰਸ਼ਨ ਹੋ ਰਿਹਾ ਹੈ, ਨਾਅਰੇਬਾਜ਼ੀ ਹੋ ਰਹੀ ਹੈ, ਔਰ ਸਵੇਰੇ ਸ਼ਾਮ ਰਾਤ ਵੀ ਇਸੇ ਤਰ੍ਹਾਂ ਦਾ ਮਾਹੌਲ ਜਿਹੜਾ ਰੇਲਵੇ ਸਟੇਸ਼ਨਾਂ ਤੇ ਹੁਣ ਵੇਖਣ ਨੂੰ ਮਿਲ ਰਿਹਾ ਹੈ, ਔਰ ਆਉਣ ਵਾਲੇ ਦਿਨਾਂ ਦੇ ਵਿੱਚ ਆ ਰੋਸ਼ ਮੁਜ਼ਾਹਰੇ ਜਿਹੜੇ ਨੇ ਹੋਰ ਤੇਜ਼ ਹੁੰਦੇ ਨਜ਼ਰ ਆਣਗੇ। ਹਾਲਾਂਕਿ ਪ੍ਰਸ਼ਾਸਨ ਦੀ ਗੱਲ ਕਰੀਏ ਤੇ ਪੁਲਿਸ ਫੋਰਸ ਜਿਹੜੀ ਹੈ ਉਹ ਵੀ ਰੇਲਵੇ ਸਟੇਸ਼ਨਾਂ ਤੇ ਤੈਨਾਤ ਕੀਤੀ ਹੋਈ ਹੈ। ਆ ਫੋਰਸ ਇਸ ਕਰਕੇ ਤੈਨਾਤ ਕੀਤੀ ਗਈ ਹੈ ਤਾਂ ਕਿ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਜਿਹੜੀ ਹੈ ਉਹ ਮੇਨਟੇਨ ਰੱਖੀ ਜਾ ਸਕੇ। ਲੇਕਿਨ ਦੂਜੇ ਪਾਸੇ ਕਿਸਾਨ ਜਿਹੜੇ ਨੇ ਸਿੱਧੇ ਤੌਰ ਤੇ ਕਹਿ ਰਹੇ ਨੇ ਕਿ ਅਣਮਿੱਥੇ ਸਮਾਂ ਲਈ ਆ ਧਰਨੇ ਪ੍ਰਦਰਸ਼ਨ ਜਿਹੜੇ ਨੇ ਇਸੇ ਤਰ੍ਹਾਂ ਨਾਲ ਜਾਰੀ ਰਹਿਣਗੇ ਜਦ ਤੱਕ ਕੇਂਦਰ ਕਿਸਾਨ ਦੀ ਆਵਾਜ਼ ਸੁਣਨ ਲਈ ਤਿਆਰ ਨਹੀਂ ਹੁੰਦਾ। ਕੈਮਰਾਮੈਨ ਦਵਿੰਦਰ ਸਿੰਘ ਦੇ ਨਾਲ ਵਿਨਿਤ ਕਪੂਰ, ANB ਨਿਊਜ਼, ਲਾਲੜੂ।